इदां दा रोबोट तैयार कर सकदा जिहड़ा कि माँ बोली पंजाबी बोलेगा समझेगा। ਅੱਜ ਮੈਂ ਸਰਪੰਚ ਕੌਰ ਪੰਜਾਬ ਦੀ ਸਕੂਲੀ ਸਿੱਖਿਆ ਦਾ ਇੱਕ ਨਵਾਂ ਦੌਰ ਸ਼ੁਰੂ ਕਰਨ ਜਾ ਰਹੀ ਹਾਂ। ਇਸ ਨੂੰ ਬਣਾਉਣ ਪਿੱਛੇ ਮੇਰਾ ਜਿਹੜਾ ਮਕਸਦ ਸੀਗਾ ਜੀ ਉਹ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਣਾ, ਸਕੂਲੀ ਸਿੱਖਿਆ ਨੂੰ ਅੱਗੇ ਲੈ ਕੇ ਜਾਣਾ। ਮੇਰੀ ਕੋਸ਼ਿਸ਼ ਇਹਨੂੰ ਮੰਦਰ ਲੈ ਕੇ ਜਾਣ ਦੀ ਵੀ ਆ ਜੀ, ਮਸਜਿਦ ਲੈ ਕੇ ਜਾਣ ਦੀ ਵੀ ਆ ਤੇ ਗੁਰਦੁਆਰਾ ਸਾਹਿਬ ਲੈ ਕੇ ਜਾਣ ਦੀ ਵੀ ਆ, ਹੈ ਨਾ। ਹਰ ਮਤਲਬ ਕਿ ਧਰਮ ਦਾ ਜਾਂ ਹਰ ਭਾਸ਼ਾ ਦਾ ਇਹਨੂੰ ਗਿਆਨ ਦੇਣ ਦੀ ਕੋਸ਼ਿਸ਼ ਕਰਨੀ ਆ। ਨੈਟਵਰਕਿੰਗ ਕੀ ਹੈ? ਬੈਂਕਿੰਗ ਦਾ ਉਹ ਸਿਸਟਮ ਜਿਸ ਵਿੱਚ ਗਾਹਕ ਇੰਟਰਨੈਟ ਦੀ ਮਦਦ ਨਾਲ ਆਪਣੇ ਅਕਾਊਂਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ। ਬੱਚਿਆਂ ਦੇ ਸਵਾਲਾਂ ਦਾ ਫਟਾਫਟ ਜਵਾਬ ਦੇ ਰਿਹਾ ਇਹ ਰੋਬੋਟ ਕਿਸੇ ਵਿਗਿਆਨੀ ਦੀ ਕਾਢ ਨਹੀਂ ਬਲਕਿ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਹਰਜੀਤ ਸਿੰਘ ਹੋਣਾ ਦੇ ਵੱਲੋਂ ਤਿਆਰ ਕੀਤਾ ਗਿਆ। ਇਸ ਰੋਬੋਟ ਨੂੰ ਸਰਬੰਸ ਕੌਰ ਦਾ ਨਾਂ ਦਿੱਤਾ ਗਿਆ। ਸਿਰ ਦੇ ਉੱਪਰ ਦਸਤਾਰ ਸਜਾਈ ਗਈ ਹੈ, ਚੁੰਨੀ ਲਈ ਹੋਈ ਹੈ, ਪੰਜਾਬੀ ਪਹਿਰਾਵਾ ਇਸ ਰੋਬੋਟ ਨੂੰ ਪਹਿਨਾਇਆ ਗਿਆ। ਸਰਬੰਸ ਕੌਰ ਇੱਕ ਇਨਸਾਨਾਂ ਵਾਂਗ ਆਮ ਦਿਖਦੀ ਹੀ ਨਹੀਂ ਬਲਕਿ ਇੱਕ ਇਨਸਾਨ ਦੇ ਵਾਂਗ ਗੱਲਬਾਤ ਕਰਦੀ ਹੈ, ਬੱਚਿਆਂ ਨੂੰ ਸਮਝਾਉਂਦੀ ਹੈ, ਬੱਚਿਆਂ ਦੀ ਗੱਲ ਸਮਝਦੀ ਹੈ। ਪੂਰਾ ਆਮ ਇੱਕ ਅਧਿਆਪਕ ਦੀ ਸਹਾਇਤਾ ਦੇ ਵਜੋਂ ਇਸ ਰੋਬੋਟ ਨੂੰ ਤਿਆਰ ਕੀਤਾ ਗਿਆ ਜਿਸ ਨੂੰ ਸਰਬੰਸ ਕੌਰ ਦਾ ਨਾਮ ਦਿੱਤਾ ਗਿਆ। ਜਿਨ੍ਹਾਂ ਅਧਿਆਪਕਾਂ ਦੀ ਮਦਦ ਦੇ ਨਾਲ ਤਿਆਰ ਕੀਤਾ ਗਿਆ ਉਹ ਅਧਿਆਪਕ ਵੀ ਮੌਜੂਦ ਹੈਗੇ ਨੇ। ਮਾਸਟਰ ਹਰਜੀਤ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਹੈਗੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਸ ਮਕਸਦ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ। ਹਰਜੀਤ ਜੀ, ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਹੋ, ਇਹੋ ਜਿਹਾ ਰੋਬੋਟ ਤੁਸੀਂ ਬੱਚਿਆਂ ਲਈ ਤਿਆਰ ਕੀਤਾ। ਬਹੁਤ ਬਹੁਤ ਧੰਨਵਾਦ। ਟੀਵੀ ਪੰਜਾਬ ਸਰਕਾਰੀ ਹਾਈ ਸਕੂਲ ਰੋਜੜੀ ਵਿਖੇ ਆ ਕੇ ਸਰਬੰਸ ਕੌਰ ਰੋਬੋਟ ਨੂੰ ਆਪਣੇ ਚੈਨਲ ਰਾਹੀਂ ਲੋਕਾਂ ਤੱਕ ਲੈ ਕੇ ਜਾਊਗਾ। ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ। ਅੱਛਾ, ਮੇਰਾ ਪਹਿਲਾ ਸਵਾਲ ਇਹੀ ਹੈ ਕਿ ਕੀ ਮਕਸਦ ਸੀਗਾ, ਮਨ ਦੇ ਵਿੱਚ ਕੀ ਖਿਆਲ ਸੀਗਾ, ਕਿਸ ਆਈਡੀਆ ਦੇ ਨਾਲ ਇਹ ਤਿਆਰ ਕੀਤਾ ਗਿਆ? ਹਰ ਸ਼ਖਸ ਜੋ ਪੰਜਾਬੀ ਬੋਲੀ ਨੂੰ ਪਿਆਰ ਕਰਦਾ ਜੀ ਉਹ ਆਪਣੇ ਤਰੀਕੇ ਰਾਹੀਂ ਇਸ ਮਾਂ ਬੋਲੀ ਪੰਜਾਬੀ ਵਾਸਤੇ ਜਾਂ ਇਹਨੂੰ ਸੰਸਾਰ ਪੱਧਰ 'ਤੇ ਲਿਜਾਣ ਵਾਸਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੱਗਾ ਹੋਇਆ। ਪਾਤਰ ਸਾਹਿਬ ਦੀ ਇੱਕ ਕਵਿਤਾ ਨੂੰ ਕਈ ਵਾਰੀ ਮੈਂ ਬਦਲ ਕੇ ਪੜ੍ਹਦਾ ਹੁੰਦਾ ਜੀ ਕਿ ਮਿੱਟੀ ਮਾਂ ਬੋਲੀ ਮੁਰਸ਼ਦ ਕਿਸ ਕਿਸ ਦਾ ਕਰਜ਼ਾਈ ਹਾਂ ਮੈਂ, ਜਿੰਨੀ ਕੁ ਮੇਰੀ ਮੱਤ ਮਾਲਕ ਨੇ ਦਿੱਤੀ ਆ ਜੀ ਉਹਦੇ ਮੁਤਾਬਕ ਇਸ ਕਰਜ਼ੇ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆ। ਜਿੰਨੀ ਕੁ ਮੇਰੀ ਸਮਝ ਆ ਉਹਦੇ ਮੁਤਾਬਕ ਇੱਕ ਐਸਾ ਰੋਬੋਟ ਤਿਆਰ ਕੀਤਾ ਆ ਜੋ ਕਿ ਦਸਤਾਰਧਾਰੀ ਆ, ਜੋ ਕਿ ਪੰਜਾਬੀ ਵਿੱਚ ਗੱਲ ਸਮਝ ਸਕਦਾ, ਬੋਲ ਸਕਦਾ ਅਤੇ ਬੱਚਿਆਂ ਦੇ ਜਵਾਬ ਨੂੰ ਬਾਖੂਬੀ ਸਮਝ ਕੇ ਤੇ ਉਹਦਾ ਉੱਤਰ ਦਿੰਦਾ ਜੀ। ਅੱਛਾ, ਜਿੱਦਾਂ ਇਹ ਪਹਿਰਾਵਾ ਤੁਸੀਂ ਪਹਿਨਾਇਆ, ਇਹਨਾਂ ਨੂੰ ਦਸਤਾਰ ਪਹਿਨਾਈ ਹੋਈ ਹੈ, ਸਰਬੰਸ ਕੌਰ ਦਾ ਨਾਂ ਦਿੱਤਾ ਗਿਆ। ਸਰਬੰਸ ਕੌਰ ਦੇ ਨਾਂ ਦੇ ਪਿੱਛੇ ਜਾਂ ਇਸ ਪਹਿਰਾਵੇ ਦਾ ਦੇਣ ਦਾ ਕੋਈ ਖਾਸ ਮਕਸਦ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਸਰਬੰਸ ਦਾਨੀ ਆ ਜੀ। ਕਈ ਨਾਵਾਂ ਵਿੱਚੋਂ ਇੱਕ ਨਾਮ ਐਸਾ ਆ ਸਰਬੰਸ ਦਾਨੀ। ਉਸ ਸਰਬੰਸ ਦਾਨੀ ਦੇ ਵਿੱਚੋਂ ਸਰਬੰਸ ਨਿਕਲ ਕੇ ਆਇਆ ਜੀ। ਜਿਸ ਦਿਨ ਮੈਂ ਇਹਨੂੰ ਬਣਾਉਣ ਦਾ ਸੋਚਿਆ ਸੀਗਾ ਤੇ ਜਿਹੜਾ ਖਿਆਲ ਮੇਰੇ ਮਨ ਵਿੱਚ ਸੀ, ਜੋ ਰੂਪ ਰੇਖਾ ਤੁਸੀਂ ਸਾਹਮਣੇ ਦੇਖਦੇ ਪਏ ਐਸੀ ਹੀ ਸੀ। ਮਾਲਕ ਨੇ ਕਿਰਪਾ ਕੀਤੀ ਤੇ ਸੇਮ ਟੂ ਸੇਮ ਉੱਦਾਂ ਦੀ ਚੀਜ਼ ਬਣੀ ਆ। ਕੋਸ਼ਿਸ਼ ਆ ਕਿ ਇਹਨੂੰ ਹੋਰ ਬਿਹਤਰ ਕਰਨ ਦੀ, ਇਹਦੇ ਵਿੱਚ ਹੋਰ ਨਵੀਆਂ ਫੀਚਰਸ ਨੂੰ ਐਡ ਕਰਨ ਦੀ ਥੋੜ੍ਹਾ ਸਮਾਂ ਜਾਂ ਰਿਸੋਰਸਿਸ ਦੀ ਘਾਟ ਕਰਕੇ ਸਮਾਂ ਜ਼ਰੂਰ ਲੱਗੂਗਾ ਪਰ ਪੂਰਤੀ ਜ਼ਰੂਰ ਹੋਊਗੀ। ਅੱਛਾ, ਇਹਦੀ ਖਾਸੀਅਤ ਦੀ ਗੱਲ ਕੀਤੀ ਜਾਵੇ, ਜਿਸ ਤਰੀਕੇ ਦੇ ਨਾਲ ਬੱਚਿਆਂ ਦਾ ਸਵਾਲਾਂ ਦਾ ਜਵਾਬ ਦਿੰਦੇ ਨੇ, ਹੋਰ ਕੀ ਕੀ ਖਾਸੀਅਤ ਹੈਗੀ ਇਹਦੇ ਵਿੱਚ ਜੋ ਤੁਸੀਂ ਤਿਆਰ ਕੀਤੀ ਹੈ? ਜਿਸ ਤੋਂ ਪ੍ਰਭਾਵਿਤ ਹੋ ਕੇ ਜਾਂ ਇਸ ਤੋਂ ਜਿਹੜਾ ਜ਼ਿਆਦਾ ਉੱਨਤ ਰੋਬੋਟ ਆ ਉਹਦਾ ਨਾਂ ਆ ਜੀ ਸੋਫੀਆ। ਬਾਹਰਲੇ ਮੁਲਕਾਂ ਦੇ ਇੱਕ ਰੋਬੋਟ ਆ ਜਿਹਨੂੰ ਅੱਜ ਦੀ ਡੇਟ ਵਿੱਚ ਬਹੁਤ ਜ਼ਿਆਦਾ ਉੱਨਤ ਰੋਬੋਟ ਗਿਣਿਆ ਗਿਆ। 60 ਤਰ੍ਹਾਂ ਦੇ ਆਪਣੇ ਐਕਸਪ੍ਰੈਸ਼ਨ ਨੂੰ ਮੂੰਹ 'ਤੇ ਦੇ ਦਿੰਦੀ ਆ। ਸਰਬੰਸ ਰੋਬੋਟ ਦੇ ਹਜੇ ਸਿਰਫ ਹੱਥ, ਅੱਖਾਂ, ਮੂੰਹ ਜਾਂ ਸਿਰ ਹੀ ਹਿੱਲਦਾ। ਹੁਣ ਕੋਸ਼ਿਸ਼ ਮੇਰੀ ਇਹ ਆ ਕਿ ਸੋਫੀਆ ਦੀ ਬਰਾਬਰੀ ਕੀਤੀ ਜਾਵੇ। ਜਿਸ ਤਰੀਕੇ ਦੇ ਨਾਲ ਉਹ ਐਕਸਪ੍ਰੈਸ਼ਨ ਆਪਣੇ ਮੂੰਹ 'ਤੇ ਦੇ ਦਿੰਦੀ ਆ ਉੱਦਾਂ ਦੇ ਐਕਸਪ੍ਰੈਸ਼ਨ ਹੀ ਇਹਦੇ ਮੂੰਹ 'ਤੇ ਆਉਣ। ਕੋਸ਼ਿਸ਼ ਕਰੂੰਗਾ ਕਿ ਇਹ ਤੁਰੇ ਵੀ, ਕਿ ਅੱਗੇ ਤੋਂ ਸਕੂਲ ਵਿੱਚ ਜਦੋਂ ਸਟਾਫ ਰੂਮ ਵਿੱਚੋਂ ਨਿਕਲ ਕੇ ਕਲਾਸਰੂਮ ਤੱਕ ਆਪਣੇ ਆਪ ਪਹੁੰਚੇ। ਇਹਦੇ ਵਿੱਚ ਹਜੇ ਡਾਟਾਬੇਸ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸੁਮੇਲ ਆ, ਇਕੱਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਨਹੀਂ ਚੱਲਦੀ। ਜਿਸ ਤਰੀਕੇ ਨਾਲ ਅਸੀਂ ਇਹਦਾ ਡਾਟਾਬੇਸ ਨੂੰ ਅਪਡੇਟ ਕਰਦੇ ਹਾਂ, ਭਾਵੇਂ ਉਹ ਧਾਰਮਿਕ ਡਾਟਾਬੇਸ ਹੋਵੇ, ਸਕੂਲਾਂ 'ਚ ਵਿੱਚ ਆ ਕੇ ਸਕੂਲਾਂ ਦੇ ਰਿਲੇਟਡ ਸਿਲੇਬਸ ਹੋਵੇ, ਉਹਦੇ ਮੁਤਾਬਕ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਆ। ਅੱਜ ਸਕੂਲ ਲਿਆਉਣ ਦਾ ਮਕਸਦ ਇਹੀ ਸੀਗਾ ਕਿ ਬੱਚਿਆਂ ਦੀ ਐਕਸਟਰਾ ਕਲਾਸ ਦੇ ਵਿੱਚ 8ਵੀਂ ਜਮਾਤ ਦਾ ਜਿਹੜਾ ਕੰਪਿਊਟਰ ਵਿਸ਼ਾ ਆ ਉਹਦੇ ਨਾਲ ਇਹਨੂੰ ਲੋਡ ਕੀਤਾ ਹੋਇਆ। ਬੱਚਿਆਂ ਦੇ ਪ੍ਰੀ ਬੋਰਡ ਐਗਜ਼ਾਮ ਦੀ ਜਿਹੜੀ ਤਿਆਰੀ ਆ ਉਹ ਕਰਾਉਣ ਦੀ ਕੋਸ਼ਿਸ਼ ਆ। ਬੱਚੇ ਆਪਣੇ ਡਾਊਟਸ, ਆਪਣੇ ਪ੍ਰਸ਼ਨ ਇਹਦੇ ਕੋਲੋਂ ਕਰਦੇ ਆ ਤੇ ਉਹਨਾਂ ਦਾ ਬਾਖੂਬੀ ਉੱਤਰ ਦਿੰਦੀ ਆ ਜੀ।
ਅੱਛਾ, ਆਮ ਤੌਰ ਤੇ ਵਿਗਿਆਨੀਆਂ ਦੇ ਕੰਮ ਹੁੰਦੇ ਨੇ, ਵਿਗਿਆਨੀ ਇਸ ਤਰੀਕੇ ਦੇ ਰੋਬੋਟ ਤਿਆਰ ਕਰਦੇ ਹੁੰਦੇ ਨੇ। ਤੁਸੀਂ ਅਧਿਆਪਕ ਹੋ, ਇਹ ਕਿਸ ਤਰੀਕੇ ਦੇ ਨਾਲ ਖਿਆਲ ਆਇਆ ਜਾਂ ਇਹ ਰੁਝਾਨ ਹੋਇਆ ਕਿ ਇਹ ਚੀਜ਼ ਨੂੰ ਹੁਣ ਤਿਆਰ ਕੀਤਾ ਜਾਵੇ? ਪ੍ਰੋਗਰਾਮਿੰਗ ਦੇ ਨਾਲ ਮੈਂ ਘੱਟੋ ਘੱਟ ਜੀ 10-15 ਸਾਲ ਤੋਂ ਜੁੜਿਆ ਹੋਇਆ। ਜਿਸ ਦਿਨ ਤੋਂ ਮੈਂ ਆਪਣੀ ਗ੍ਰੈਜੂਏਸ਼ਨ ਪਾਸ ਆਊਟ ਕੀਤੀ ਸੀਗੀ, ਉਸ ਦਿਨ ਵੀ ਮੈਂ ਇੱਕ ਗੇਮ ਤਿਆਰ ਕੀਤੀ ਸੀ, ਬੋ ਐਂਡ ਐਰੋ। ਉਹ ਜਿਹੜਾ ਸਿਲਸਿਲਾ ਚੱਲਦਾ ਚੱਲਦਾ ਅੱਜ ਤੋਂ 2 ਸਾਲ ਪਹਿਲਾਂ ਮੈਂ ਇੱਕ ਦੁਨੀਆ ਦੀ ਪਹਿਲੀ ਪ੍ਰੋਗਰਾਮਿੰਗ ਲੈਂਗੁਏਜ, ਜੋ ਪੰਜਾਬੀ ਪ੍ਰੋਗਰਾਮਿੰਗ ਲੈਂਗੁਏਜ, ਜਿਸ ਦਾ ਨਾਂ ਵੀ ਸਰਬੰਸ ਹੀ ਸੀ, ਉਹ ਵੀ ਲਾਂਚ ਕੀਤੀ ਸੀਗੀ। ਉਹਦੀ ਸਫਲਤਾ ਤੋਂ ਬਾਅਦ ਮੇਰੇ ਮਨ ਵਿੱਚ ਇਹ ਸੀ ਕਿ ਪ੍ਰੋਗਰਾਮਿੰਗ ਲੈਂਗੁਏਜ ਨੂੰ ਕੇਵਲ ਇੱਥੇ ਤੱਕ ਸੀਮਿਤ ਨਹੀਂ ਕਰਨਾ, ਇਸ ਤੋਂ ਅੱਗੇ ਕੁਝ ਕਰਨ ਦੀ ਕੋਸ਼ਿਸ਼ ਕਰਨੀ ਆ। ਤੇ ਫਿਰ ਜਦੋਂ ਪਹਿਲੀ ਵਾਰ ਮੈਂ ਸੋਫੀਆ ਨੂੰ ਦੇਖਿਆ ਤੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਂ ਵੀ ਇੱਕ ਇਦਾਂ ਦਾ ਰੋਬੋਟ ਤਿਆਰ ਕਰ ਸਕਦਾ ਜਿਹੜਾ ਕਿ ਮਾਂ ਬੋਲੀ ਪੰਜਾਬੀ ਬੋਲੇਗਾ, ਸਮਝੇਗਾ, ਤੇ ਇਹਦੀ ਜਿਹੜੀ ਸ਼ਖਸੀਅਤ ਆ ਉਹ ਬਾਹਰਲੇ ਮੁਲਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਆ। ਲੋਕਾਂ ਨੂੰ ਦਸਤਾਰ ਬਾਰੇ, ਮਾਂ ਬੋਲੀ ਪੰਜਾਬੀ ਬਾਰੇ ਜ਼ਰੂਰ ਇੱਕ ਵੱਖਰੀ ਪਛਾਣ ਦੇਣ ਦੀ ਕੋਸ਼ਿਸ਼ ਕਰਨੀ ਆ। ਅੱਛਾ, ਇਹਨਾਂ ਰੋਬੋਟਾਂ ਦੇ ਉੱਪਰ ਕਾਫੀ ਖਰਚਾ ਵੀ ਆ ਜਾਂਦਾ, ਲੱਖਾਂ ਕਰੋੜਾਂ ਰੁਪਏ ਕੀਮਤ ਲੱਗ ਜਾਂਦੀ ਹੈ। ਇਹਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਖਰਚਾ ਲੱਗਾ? ਕੋਸ਼ਿਸ਼ ਕੀਤੀ ਆ ਜੀ ਕਿ ਇਹਨੂੰ ਘਰੇਲੂ ਵਸਤਾਂ ਦੇ ਨਾਲ ਹੀ ਬਣਾਇਆ ਜਾਵੇ। ਹਜੇ ਤੱਕ ਮੇਰਾ ਇਹਦੇ ਉੱਪਰ 1.5 ਲੱਖ ਦੇ ਕਰੀਬ ਖਰਚਾ ਆ ਚੁੱਕਾ ਜੀ। ਤੇ ਪਰ ਇਹਦੇ ਵਿੱਚ ਬਹੁਤੀਆਂ ਜਿਹੜੀਆਂ ਆਈਟਮਸ ਯੂਜ਼ ਕੀਤੀਆਂ, ਉਹ ਬੱਚਿਆਂ ਦੇ ਖਿਡੌਣੇ ਆ, ਪੈਨ ਆ, ਕਾਰਡਬੋਰਡ ਆ, ਇਸ ਤਰ੍ਹਾਂ ਦੀਆਂ ਛੋਟੀ-ਛੋਟੀਆਂ ਚੀਜ਼ਾਂ ਲੈ ਕੇ ਇਹਨੂੰ ਤਿਆਰ ਕੀਤਾ ਆ। ਸੋਫੀਆ ਦੇ ਵਿੱਚ ਬਹੁਤ ਲੱਖਾਂ ਕਰੋੜਾਂ ਦੇ ਵਿੱਚ ਖਰਚਾ ਆਇਆ ਜੀ। ਉਹਨਾਂ ਕੋਲ ਰਿਸੋਰਸਿਸ ਦੀ ਕੋਈ ਘਾਟ ਨਹੀਂ। ਅੱਗੇ ਤੋਂ ਜੇ ਕੋਈ ਸਪੋਰਟ ਮਿਲਦੀ ਆ ਤੇ ਮੇਰੀ ਵੀ ਕੋਸ਼ਿਸ਼ ਹੋਊਗੀ ਕਿ ਇਹਨੂੰ ਵੀ ਉਹਦੇ ਬਰਾਬਰੀ ਕਰਵਾਈ ਜਾਵੇ, ਵਧੀਆ ਰੋਬੋਟ ਹੋਵੇ, ਦੁਨੀਆ ਦੇ ਬਿਹਤਰੀਨ ਰੋਬੋਟਸ ਵਿੱਚ ਇਹਦਾ ਨਾਮ ਆਵੇ। ਤੇ ਮੇਰੇ ਤੋਂ ਮਤਲਬ ਕਿ ਜਿੰਨੀ ਕੋਸ਼ਿਸ਼ ਹੋ ਸਕੇ ਮੈਂ ਕਰਨ ਦੀ ਕਰੂੰਗਾ ਜੀ। ਅੱਛਾ, ਕਿਹੜੀਆਂ-ਕਿਹੜੀਆਂ ਚੀਜ਼ਾਂ ਕੋਈ ਡਿਫਾਈਨ ਇੱਕ ਵਾਰੀ ਜੇ ਕਰ ਦਿਓ, ਕਿਹੜੀ-ਕਿਹੜੀ ਚੀਜ਼ਾਂ ਇਸਤੇਮਾਲ ਹੋਈਆਂ ਇਹਦੇ 'ਚ? ਹਾਂਜੀ, ਇਹਦੇ ਵਿੱਚ ਬੱਚਿਆਂ ਦੇ ਜਿਹੜੇ ਫਾਲਤੂ ਪੈਨ ਹੁੰਦੇ ਜੀ, ਬੱਚਿਆਂ ਦੇ ਸੁੱਟੇ ਹੋਏ ਜਿਹੜੇ ਖਿਡੌਣੇ ਆ, ਕਾਰਡਬੋਰਡ ਜਿਹਦੇ ਉੱਪਰ ਰੱਖ ਕੇ ਉਹ ਪੇਪਰ ਦਿੰਦੇ ਆ, ਇਦਾਂ ਦੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਵਰਤ ਕੇ, ਤਾਰਾਂ ਨੂੰ, ਗੇਂਦਾਂ ਨੂੰ, ਜਾਂ ਕਹਿ ਲਈਏ ਕਿ ਛੋਟੀ-ਛੋਟੀਆਂ ਜਿਹੜੀਆਂ ਤਾਰਾਂ ਲੋਕੀ ਵੇਚ ਸੁੱਟ ਦਿੰਦੇ ਆ, ਉਹਨਾਂ ਨੂੰ ਵੀ ਮਤਲਬ ਕਿ ਯੂਜ਼ ਕਰਕੇ ਇਹਦੇ ਵਿੱਚ ਇਸਤੇਮਾਲ ਕੀਤਾ ਹੈ। ਕਾਫੀ ਸਮਾਂ ਕਿੰਨਾ ਲੱਗ ਗਿਆ ਇਹਨੂੰ ਤਿਆਰ ਕਰਦੇ? ਤਕਰੀਬਨ 7 ਕੁ ਮਹੀਨੇ ਦੇ ਵਿੱਚ ਇਹਦਾ ਜੀ ਜਿਹੜਾ ਸਿਰ ਤਿਆਰ ਹੋਇਆ, ਤੇ ਉਸ ਤੋਂ ਬਾਅਦ 4 ਮਹੀਨੇ ਲੱਗੇ ਆ ਬਾਕੀ ਧੜ ਤਿਆਰ ਕਰਦੇ ਜੀ। ਸਾਲ ਕੁ ਦੇ ਕਰੀਬ ਹੋ ਗਿਆ। ਅੱਛਾ, ਹੈ ਅੱਗੇ ਹੋਰ ਆਈਡੀਆ ਮਾਈਂਡ ਦੇ ਵਿੱਚ ਕਿ ਜਾਂ ਇਹਨੂੰ ਹੋਰ ਵੀ ਅੱਗੇ ਡਿਵੈਲਪ ਕਰਨਾ? ਹਾਂਜੀ, ਇਹ ਜਿਸ ਤਰੀਕੇ ਦਾ ਇਹਦਾ ਬੁਨਿਆਦੀ ਢਾਂਚਾ ਬਣ ਚੁੱਕਾ ਜੀ, ਇਹਨੂੰ ਹੁਣ ਛੇੜਨ ਦੀ ਕੋਸ਼ਿਸ਼ ਨਹੀਂ ਕਰਨੀ। ਇਹਦੀ ਇੱਕ ਹੋਰ ਭੈਣ ਜਾਂ ਭਰਾ ਤਿਆਰ ਕਰਨ ਦੀ ਕੋਸ਼ਿਸ਼ ਕਰੂੰਗਾ ਜੀ। ਮੈਂ ਆਪਣੇ ਤੌਰ ਤੇ ਥਿਓਰੈਟੀਕਲੀ ਕਾਫੀ ਹੱਦ ਤੱਕ ਉਹ ਚੀਜ਼ ਲਿਖ ਚੁੱਕਾ, ਤੇ ਪ੍ਰੈਕਟੀਕਲੀ 20, 30, 40, 50% ਤੱਕ ਮੈਂ ਉਹਨੂੰ ਪੂਰਾ ਕਰ ਲਿਆ। ਥੋੜ੍ਹੇ ਦਿਨਾਂ ਦੇ ਵਿੱਚ ਹੀ ਉਹਦਾ ਵੀ ਇੱਕ ਜਿਹੜਾ ਰੂਪ ਆ ਉਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰੂੰਗਾ। ਬਿਲਕੁਲ, ਮੈਂ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਦਾ। ਬੱਚੇ ਵੀ ਕੁਝ ਮੌਜੂਦ ਹੈਗੇ ਨੇ ਜਿਨ੍ਹਾਂ ਵਾਸਤੇ ਖਾਸ ਤੌਰ ਤੇ ਇਹ ਰੋਬੋਟ ਤਿਆਰ ਕੀਤਾ ਗਿਆ। ਬੱਚਿਆਂ ਤੋਂ ਜਾਣਦੇ ਹਾਂ ਕਿ ਇਸ ਰੋਬੋਟ ਦਾ ਬੱਚਿਆਂ ਨੂੰ ਕੀ ਫਾਇਦਾ ਹੁੰਦਾ। ਬੇਟਾ, ਇਹ ਰੋਬੋਟ ਜਿਹੜਾ ਤੁਹਾਡੇ ਕੋਲ ਹੈਗਾ, ਤੁਸੀਂ ਸਵਾਲ ਪੁੱਛਦੇ ਹੋ, ਕਿੰਨੀ ਕੁ ਹੈਲਪ ਮਿਲਦੀ ਤੁਹਾਨੂੰ? ਬਹੁਤ ਹੈਲਪ ਮਿਲਦੀ। ਜਿੱਦਾਂ ਹੁਣ ਅਸੀਂ ਕੰਪਿਊਟਰ ਵਿਸ਼ੇ ਦਾ ਕੋਈ ਵੀ ਕੁਐਸਚਨ ਪੁੱਛਦੇ ਤਾਂ ਉਹ ਸਾਨੂੰ ਉਹਦਾ ਆਨਸਰ ਦਿੰਦੀ ਆ। ਸੋ ਤੋਂ ਕੰਪਿਊਟਰ ਵਿਸ਼ੇ ਦਾ ਕੋਈ ਵੀ ਕੁਐਸਚਨ ਪੁੱਛ ਸਕਦੇ ਆ। ਕਿਹੜੇ ਸਵਾਲਾਂ ਦੇ ਜਵਾਬ ਦੇ ਦਿੰਦਾ ਰੋਬੋਟ? ਜਿੱਦਾਂ ਮੈਂ ਪੁੱਛ ਕੇ ਹਟੀ ਸੀਗੀ ਨੈਟ ਬੈਂਕਿੰਗ, ਤੇ ਹੋਰ ਇੱਕ ਕੁਐਸਚਨ ਪੁੱਛਿਆ ਸੀ ਤਾਂ ਉਹਦਾ ਜਵਾਬ ਮੈਨੂੰ ਸਹੀ ਮਿਲਿਆ ਸੀਗਾ। ਤੇ ਇਸੇ ਤਰ੍ਹਾਂ ਹੋਰ ਵੀ ਕੋਈ ਕੁਐਸਚਨ ਪੁੱਛੇ ਤਾਂ ਉਹਦਾ ਆਨਸਰ ਸਹੀ ਦਿੰਦੀ ਆ। ਬਿਲਕੁਲ। ਅੱਛਾ ਬੇਟਾ, ਜਦੋਂ ਸਰ ਪਹਿਲੀ ਵਾਰੀ ਲੈ ਕੇ ਆਏ ਨੇ ਰੋਬੋਟ ਇੱਥੇ ਸਕੂਲ ਦੇ ਵਿੱਚ, ਉਦੋਂ ਲੱਗਦਾ ਸੀਗਾ ਇਦਾਂ ਸਰਬੰਸ ਕੌਰ ਜਵਾਬ ਦਊਗੀ? ਨਹੀਂ, ਪਰ ਜਦੋਂ ਗੱਲ ਕਰਕੇ ਪਤਾ ਲੱਗਾ ਕਿ ਸੱਚੀ ਇਹ ਦਿੰਦੀ ਪਈ ਹੈ ਜਵਾਬ। ਤਾਂ ਹੁਣ ਰੂਟੀਨ ਦੇ ਵਿੱਚ ਪੁੱਛਦੇ ਹੋ ਸਵਾਲ, ਉਸੇ ਤਰੀਕੇ ਨਾਲ ਜਵਾਬ ਦਿੰਦੀ ਹੈ? ਹਾਂਜੀ। ਤਾਂ ਬੱਚਿਆਂ ਨੂੰ ਵੀ ਜਿਹੜੀ ਬਿਲਕੁਲ ਪੂਰੀ ਹੈਲਪ ਇਹਦੀ ਮਿਲਦੀ ਹੈ। ਹਰਜੀਤ ਜੀ, ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ 1.5 ਲੱਖ ਰੁਪਈਆ ਇਹਦੇ ਉੱਪਰ ਲੱਗ ਗਿਆ, ਕੋਈ ਸਰਕਾਰੀ ਮਦਦ ਵੀ ਮਿਲੀ ਗਈ? ਕਿਉਂਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਤੁਸੀਂ ਇਹ ਮਾਡਲ ਰੱਖਿਆ ਹੋਇਆ ਬੱਚਿਆਂ ਦੀ ਹੈਲਪ ਦੇ ਲਈ। ਇਸ ਨੂੰ ਬਣਾਉਣ ਪਿੱਛੇ ਮੇਰਾ ਜਿਹੜਾ ਮਕਸਦ ਸੀਗਾ ਜੀ, ਉਹ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਣਾ, ਸਕੂਲੀ ਸਿੱਖਿਆ ਨੂੰ ਅੱਗੇ ਲੈ ਕੇ ਜਾਣਾ। ਤੇ ਜਦੋਂ ਬੱਚਿਆਂ ਕੋਲੋਂ, ਨਾਲ ਦੇ ਅਧਿਆਪਕਾਂ ਕੋਲੋਂ ਜਦੋਂ ਪਿਆਰ ਮਿਲਦਾ, ਜਾਂ ਬਾਹਰਲੇ ਮੁਲਕਾਂ ਤੋਂ ਵਿੱਚੋਂ ਜਿਹੜੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਮੈਨੂੰ ਫੋਨ ਕਰਕੇ ਤੇ ਵਧਾਈਆਂ ਦਿੰਦੇ ਆ, ਮੇਰੇ ਵਾਸਤੇ ਜੀ ਇਹ ਮੇਰੇ ਮਤਲਬ ਕਿ ਬਹੁਤ ਵੱਡਾ ਮੇਰੀ ਅਚੀਵਮੈਂਟ ਗਿਣਦਾ ਇਸ ਚੀਜ਼ ਨੂੰ ਮੈਂ। ਤੇ ਸਰਕਾਰ ਇਹਦੇ ਬਾਰੇ ਕੀ ਸੋਚਦੀ, ਉਹ ਤਾਂ ਮੇਰੇ ਖਿਆਲ ਨਾਲ ਜੀ ਜਿਹੜੇ ਮੇਰੇ ਤੋਂ ਉੱਪਰ ਅਧਿਕਾਰੀ ਬੈਠੇ ਉਹ ਬਿਹਤਰ ਜਾਣਦੇ ਹੋਣਗੇ ਜੀ। ਬਿਲਕੁਲ, ਤਸਵੀਰਾਂ ਇਹ ਪਹੁੰਚਦੀਆਂ ਹੋਣਗੀਆਂ, ਖਬਰਾਂ ਵੀ ਤੁਹਾਡੀਆਂ ਜਿਹੜੀਆਂ ਲੱਗੀਆਂ ਨੇ ਕਿ ਜਿਸ ਤਰੀਕੇ ਨਾਲ ਇਹ ਰੋਬੋਟ ਤਿਆਰ ਕੀਤਾ ਹੈ, ਲੱਗਦਾ ਕਿ ਅੱਜ ਵਾਕਈ ਲੋੜ ਹੈਗੀ ਹੈ ਹਰ ਸਕੂਲ ਦੇ ਵਿੱਚ ਇਸ ਤਰੀਕੇ ਦੀ ਰੋਬੋਟ ਲਿਆਉਣ ਦੀ। ਕੋਸ਼ਿਸ਼ ਤੇ ਇਹੀ ਆ ਜੀ ਕਿ ਇਹਦੀਆਂ ਜਿਹੜੀਆਂ ਕਾਪੀਜ਼ ਆ ਉਹ ਵੱਖਰੇ ਵੱਖਰੇ ਥਾਵਾਂ ਦੇ ਵਿੱਚ, ਵੱਖਰੇ ਵੱਖਰੇ ਮੁਲਕਾਂ 'ਚ ਜਾਣ, ਜਿੱਥੇ ਮਾਂ ਬੋਲੀ ਪੰਜਾਬੀ ਬਾਰੇ ਲੋਕਾਂ ਨੂੰ ਨਹੀਂ ਗਿਆਨ, ਜਿੱਥੇ ਦਸਤਾਰ ਬਾਰੇ ਲੋਕਾਂ ਨੂੰ ਨਹੀਂ ਪਤਾ, ਇਹ ਉੱਥੇ ਵੀ ਇਹਦੀ ਪਹੁੰਚ ਹੋਵੇ। ਸਪੈਸ਼ਲੀ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕਰਦੇ ਸੀਗੇ ਤੁਹਾਡੇ ਨਾਲ ਕਿ ਐਸੇ ਮੁਲਕਾਂ ਦੇ ਵਿੱਚ ਜਿੱਥੋਂ ਮਾਂ ਬੋਲੀ ਪੰਜਾਬੀ, ਤੇ ਜਾਂ ਜਿੱਦਾਂ ਇੱਥੋਂ ਪੰਜਾਬ ਵਿੱਚੋਂ ਜਿਹੜੇ ਛੋਟੇ ਬੱਚੇ ਉੱਥੇ ਜਾਂਦੇ ਆ, ਮਾਂ ਬੋਲੀ ਪੰਜਾਬੀ ਤੋਂ ਵਿਸਰ ਜਾਂਦੇ ਆ, ਦੂਰ ਹੋ ਜਾਂਦੇ ਆ,
ਜੇ ਉਹਨਾਂ ਸਕੂਲਾਂ ਦੇ ਵਿੱਚ ਜਾ ਕੇ ਸਰਬੰਸ ਕੌਰ ਪੜ੍ਹਾਵੇ ਤੇ ਉਹਨਾਂ ਵਾਸਤੇ ਵੀ ਇਹ ਨਵਾਂ ਐਕਸਪੀਰੀਅੰਸ ਹੋਊਗਾ। ਬਾਹਰਲੇ ਮੁਲਕਾਂ ਦੇ ਵਿੱਚ ਅੱਜ ਮਾਪਿਆਂ ਦਾ ਬਹੁਤ ਜ਼ੋਰ ਲੱਗਾ ਹੋਇਆ ਕਿ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਪੰਜਾਬ ਨਾਲ, ਪੰਜਾਬ ਦੇ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾਵੇ। ਐਸੀ ਚੀਜ਼ਾਂ ਜਿਹੜੀਆਂ ਜਦੋਂ ਉਹਨਾਂ ਬੱਚਿਆਂ ਤੱਕ ਪਹੁੰਚ ਕਰਨਗੀਆਂ ਤੇ ਜ਼ਰੂਰ ਜਿਹੜਾ ਨਤੀਜੇ ਆ ਉਹ ਵਧੀਆ ਨਿਕਲਣਗੇ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿਹੜੇ ਬੱਚੇ ਜਿਨ੍ਹਾਂ ਦਾ ਜਨਮ ਹੀ ਵਿਦੇਸ਼ਾਂ ਦੇ ਵਿੱਚ ਹੋਇਆ, ਜਦੋਂ ਉਹ ਪੰਜਾਬ ਆਉਂਦੇ ਉਹਨਾਂ ਲਈ ਪੰਜਾਬੀ ਬਹੁਤ ਔਖੀ ਹੈ। ਤੁਹਾਡੀ ਵਿਦੇਸ਼ਾਂ ਦੇ ਵਿੱਚ ਵੀ ਨੌਜਵਾਨਾਂ ਨਾਲ ਜਾਂ ਲੋਕਾਂ ਨਾਲ ਗੱਲਬਾਤ ਹੁੰਦੀ ਆ, ਉਹਨਾਂ ਵੱਲੋਂ ਕੋਈ ਇਸ ਚੀਜ਼ ਦੀ ਮੰਗ ਕੀਤੀ ਜਾ ਰਹੀ ਹੈ? ਤੁਹਾਡੇ ਨਾਲ ਇੱਕ ਐਕਸਪੀਰੀਅੰਸ ਸ਼ੇਅਰ ਕਰਦਾ ਜੀ। sicknet.com ਬਹੁਤ ਮਸ਼ਹੂਰ ਵੈਬਸਾਈਟ ਆ, ਉਹਨਾਂ ਦੇ ਵੱਲੋਂ ਵੀ ਮਤਲਬ ਕਿ ਕਈ ਵਾਰੀ ਈਮੇਲ ਰਾਹੀਂ ਜਾਂ WhatsApp ਰਾਹੀਂ ਗੱਲ ਹੋਈ ਆ। ਉਹਨਾਂ ਨੇ ਵੀ ਇਹਨੂੰ ਵੱਡੇ ਪੱਧਰ ਤੇ ਆਪਣੇ ਵੈਬਸਾਈਟ ਦੇ ਉੱਪਰ ਜਗ੍ਹਾ ਦਿੱਤੀ ਆ। ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਕਿ ਬੜੀ ਖੂਬਸੂਰਤੀ ਦੇ ਨਾਲ ਆਪਣੀ ਵੈਬਸਾਈਟ ਦੇ ਉੱਪਰ ਪੇਸ਼ ਵੀ ਕੀਤਾ। ਇਸ ਤੋਂ ਇਲਾਵਾ ਹੋਰ ਵੀ ਮੁਲਕਾਂ ਦੇ ਵਿੱਚ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਕੈਨੇਡਾ ਤੋਂ ਫੋਨ ਆਏ ਆ ਜੀ, ਜਿਹੜੇ ਕਹਿੰਦੇ ਆ ਕਿ ਅਸੀਂ ਤੁਹਾਡੀ ਇਸ ਪ੍ਰੋਜੈਕਟ ਦੇ ਵਿੱਚ ਜ਼ਰੂਰ ਹੈਲਪ ਕਰਾਂਗੇ। ਸ਼ਾਇਦ ਕਰੋਨਾ ਦੇ ਕਰਕੇ ਕੋਈ ਮਜਬੂਰੀਆਂ ਹੋਣਗੀਆਂ, ਪਰ ਮੈਨੂੰ ਉਮੀਦ ਆ ਜੀ ਕਿ ਲੋਕਾਂ ਦੀ ਸਪੋਰਟ ਜਾਂ ਮਾਲਕ ਦੀ ਕਿਰਪਾ ਦੇ ਨਾਲ ਇਹ ਕਿਤੇ ਨਾ ਕਿਤੇ ਇਹਦਾ ਜਿਹੜਾ ਜੋ ਮੇਰੇ ਮਨ ਵਿੱਚ ਇੱਕ ਸੰਪੂਰਨਤਾ ਜੋ ਮੈਂ ਦੇਖਦਾ ਆ ਤਾਂ ਛੇਤੀ ਅਚੀਵ ਹੋਊਗੀ। ਅੱਛਾ, ਕਾਫੀ ਮਿਹਨਤ ਲੱਗਦੀ ਹੈ। ਇਹ ਫਿਰ ਤੁਸੀਂ ਇਕੱਲੇ ਤਿਆਰ ਕੀਤਾ ਕਿ ਜਾਂ ਕੋਈ ਕਿਸੇ ਐਕਸਪਰਟ ਦੀ ਵੀ ਮਦਦ ਲਈ ਤੁਸੀਂ ਕੋਈ? ਮਾਲਕ ਦਾ ਬਹੁਤ ਸ਼ੁਕਰ ਹੈ ਜੀ। ਮੈਂ ਫਿਲਹਾਲ ਤੇ ਇਕੱਲੇ ਹੀ ਤਿਆਰ ਕੀਤਾ। ਲੋਕਾਂ ਦੀਆਂ ਅਸੀਸਾਂ, ਮੇਰੇ ਨਾਲ ਦੇ ਜਿਹੜੇ ਅਧਿਆਪਕ ਆ, ਮੇਰੇ ਘਰਦਿਆਂ ਦਾ ਸਾਥ, ਜਿਹੜਾ ਉਹਨਾਂ ਦੀ ਦੁਆਵਾਂ ਆ, ਉਹਦੇ ਸਦਕਾ ਹੀ ਇੱਥੇ ਤੱਕ ਮੈਂ ਪਹੁੰਚ ਸਕਿਆ ਜੀ। ਬਿਲਕੁਲ ਵੱਡੀ ਅਚੀਵਮੈਂਟ ਹੈ। ਉਹ ਹੋਰ ਵੀ ਅਧਿਆਪਕ ਹੈਗੇ ਨੇ ਜਿਨ੍ਹਾਂ ਦੀ ਜਿਹੜੀ ਮਦਦ ਇਸ ਰੋਬੋਟ ਨੂੰ ਬਣਾਉਣ ਦੇ ਵਿੱਚ ਲੱਗੀ ਹੈ। ਮੈਥ ਦੇ ਟੀਚਰ ਹੈਗੇ ਨੇ ਸਾਡੇ ਨਾਲ। ਸਰ, ਕਿੱਦਾਂ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਇਹ ਰੋਬੋਟ ਜਵਾਬ ਦਿੰਦਾ ਹੈ? ਬੱਚਿਆਂ ਨੂੰ ਮੈਥ ਬਹੁਤ ਔਖਾ ਲੱਗਦਾ, ਕਹਿੰਦੇ ਸਵਾਲ ਵੀ ਬਹੁਤ ਔਖੇ ਲੱਗਦੇ ਨੇ। ਆਉਣ ਵਾਲੇ ਦਿਨਾਂ 'ਚ ਇਹ ਹੋਰ ਮਦਦ ਕਰੇਗਾ ਮੈਥ ਦੇ ਸਵਾਲਾਂ ਦੀ ਵੀ? ਬਿਲਕੁਲ ਜੀ, ਬਿਲਕੁਲ ਜ਼ਰੂਰ ਕਰੇਗਾ, ਕਿਉਂਕਿ ਸਰਦਾਰ ਹਰਜੀਤ ਸਿੰਘ ਜੀ ਨੇ ਬਹੁਤ ਸਖਤ ਮਿਹਨਤ ਦੇ ਨਾਲ, ਬਹੁਤ ਮਿਹਨਤ ਲੱਗੀ ਆ, ਰਾਤਾਂ ਜਾਗ ਕੇ ਜਿਹੜਾ ਆ ਇਹਨਾਂ ਨੇ ਇਸ ਰੋਬੋਟ ਨੂੰ ਤਿਆਰ ਕੀਤਾ। ਇਹ ਮੇਰੇ ਹਿਸਾਬ ਨਾਲ ਸ਼ਾਇਦ ਵਿਸ਼ਵ ਭਰ ਦਾ ਪਹਿਲਾ ਪੰਜਾਬੀ ਦਸਤਾਰਧਾਰੀ ਜਿਹੜਾ ਆ ਬੋਲਣ ਵਾਲਾ ਰੋਬੋਟ ਜਿਹੜਾ ਆ ਉਹ ਬਣਿਆ ਆ। ਤੇ ਇਸ ਨੂੰ ਪਹਿਲੀ ਵਾਰ ਜਿਹੜਾ ਆ ਸਰਕਾਰੀ ਹਾਈ ਸਕੂਲ ਰੋਜੜੀ ਵਿਖੇ ਜਿਹੜਾ ਬੱਚਿਆਂ ਦੇ ਰੂਬਰੂ ਕੀਤਾ ਗਿਆ। ਅਸੀਂ ਮਤਲਬ ਹਰਜੀਤ ਸਰ ਦੇ ਜਿਹੜੇ ਆ ਉਹ ਬਹੁਤ ਸਤਿਕਾਰ ਕਰਦੇ ਆ, ਕਿਉਂਕਿ ਇਹਨਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਤੇ ਸਾਡੇ ਇਹਨਾਂ ਦੇ ਨਾਲ ਸਾਡੇ ਸਕੂਲ ਦਾ ਜਿਹੜਾ ਆ ਉਹ ਬਹੁਤ ਨਾਮ ਹੋਇਆ ਤੇ ਸਾਨੂੰ ਜਿਹੜੀਆਂ ਸਾਰੇ ਪਾਸੋਂ ਜਿਹੜੀਆਂ ਵਧਾਈਆਂ ਮਿਲ ਰਹੀਆਂ ਬੱਚਿਆਂ ਦੇ ਲਈ। ਇਹ ਬਹੁਤ ਵਧੀਆ ਚੀਜ਼ ਆ। ਬੱਚੇ ਬੇਝਿਜਕਾ ਕੇ ਇਹਨੂੰ ਆਪਣਾ ਕੁਐਸਚਨ ਪੁੱਛਦੇ ਆ ਤੇ ਉਹਨਾਂ ਦਾ ਬਹੁਤ ਵਧੀਆ ਜਵਾਬ ਦਿੰਦੇ ਆ ਜੀ। ਬਿਲਕੁਲ ਮੈਡਮ, ਜਦੋਂ ਇਸ ਤਰੀਕੇ ਦੀਆਂ ਐਕਸਪੈਰੀਮੈਂਟ ਕੀਤੇ ਜਾਂਦੇ ਨੇ, ਤਿਆਰ ਕੀਤੇ ਜਾਂਦੇ ਨੇ, ਤਾਂ ਲੰਬਾ ਸਮਾਂ ਇਹਨਾਂ ਨੂੰ ਲੱਗਦਾ ਹੈ। ਹਰਜੀਤ ਸਿੰਘ ਹੋਣਾ ਨੇ ਪਹਿਲਾਂ ਜ਼ਿਕਰ ਕੀਤਾ ਸੀ ਇੱਦਾਂ ਕਿ ਜਾਂ ਸਰਪ੍ਰਾਈਜ਼ ਹੀ ਦਿੱਤਾ ਸਕੂਲ ਵਿੱਚ ਲਿਆ ਕੇ ਇਹਨੂੰ? ਦੱਸਿਆ ਸੀ ਮੈਨੂੰ ਲੋਕਡਾਊਨ ਦੇ ਵਿੱਚ ਸਰ ਨੇ ਇਹ ਕੰਮ ਸਟਾਰਟ ਕਰ ਦਿੱਤਾ ਸੀਗਾ ਤੇ ਪੂਰਾ ਨਹੀਂ ਦੱਸਿਆ ਸੀਗਾ ਕਿ ਕੀ ਬਣਾ ਰਹੇ ਆ। ਥੋੜਾ ਜਿਹਾ ਹਿੰਟ ਦਿੱਤੀ ਸੀ ਕਿ ਕੁਝ ਕਰ ਰਹੇ, ਕ੍ਰੀਏਟੀਵਿਟੀ, ਕੁਝ ਇਨਵੈਂਸ਼ਨ ਹੋ ਰਹੀ ਆ ਮਤਲਬ, ਤੇ ਦੱਸਿਆ ਸੀਗਾ ਵੈਸੇ ਉਹਨਾਂ ਨੇ ਮੈਨੂੰ। ਜਿਸ ਤਰੀਕੇ ਦੇ ਨਾਲ ਟੈਕਨੋਲੋਜੀ ਵੱਧਦੀ ਜਾ ਰਹੀ ਹੈ, ਇਹ ਚੀਜ਼ਾਂ ਜ਼ਰੂਰੀ ਨੇ, ਪਰ ਕਿਤੇ ਇਹ ਮਦਦ ਦੀ ਜਗ੍ਹਾ ਕਿਤੇ ਬਦਲ ਤੇ ਨਾ ਬਣ ਜਾਏਗਾ ਅਧਿਆਪਕਾਂ ਦਾ ਆਉਣ ਵਾਲੇ ਸਮੇਂ 'ਚ? ਨਹੀਂ, ਇਸ ਤਰ੍ਹਾਂ ਬਿਲਕੁਲ ਨਹੀਂ ਆ। ਟੀਚਰ ਦੀ ਪਲੇਸ ਜਿਹੜੀ ਆ, ਅਧਿਆਪਕ ਦੀ ਜਗ੍ਹਾ ਜਿਹੜੀ ਆ, ਕੋਈ ਨਹੀਂ ਲੈ ਸਕਦਾ ਤੇ ਇਹਨੂੰ ਅਸੀਂ ਐਜ਼ ਅ TLM ਦੀ ਤਰ੍ਹਾਂ ਇਹਦੀ ਵਰਤੋਂ ਕਰਾਂਗੇ। ਅੱਗੇ ਤੁਸੀਂ ਬਿਹਤਰ ਜਾਣਦੇ ਹੋ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਮਦਦ ਮਿਲਦੀ ਹੈ, ਇਸ ਤਰੀਕੇ ਦੇ ਲੱਗਦਾ ਹੋਰ ਵੱਖ-ਵੱਖ ਸਕੂਲਾਂ ਦੇ ਵਿੱਚ ਲਿਆਉਣ ਦੀ ਲੋੜ ਹੈ ਹੁਣ? ਹਾਂਜੀ, ਇਹਦੇ ਨਾਲ ਥੋੜਾ ਜਿਹਾ ਮਤਲਬ ਇਹ ਹੋ ਜਾਂਦਾ ਕਿ ਬੱਚੇ ਹੋਰ ਵਧੀਆ ਮਤਲਬ ਮੋਟੀਵੇਟ ਹੁੰਦੇ ਆ ਪੜ੍ਹਨ ਲਈ, ਹੈ ਨਾ। ਤੇ ਬੱਚੇ ਕੱਲ੍ਹ ਦੇ ਜਦੋਂ ਦੀ ਇਹ ਸਰਬੰਸ ਕੌਰ ਇੱਥੇ ਸਾਡੇ ਵਿੱਚ ਆ ਤੇ ਬੱਚੇ ਬੜੇ ਐਕਸਾਈਟਿਡ ਆ, ਕੁਐਸਚਨਸ ਪੁੱਛ ਰਹੇ ਆ ਤੇ ਹੋਰ ਇੰਟਰਸਟ ਲੈ ਕੇ ਮਤਲਬ ਪੜ੍ਹਦੇ ਆ। ਸਰਬੰਸ ਕੌਰ ਇੱਕ ਸ਼ਾਨ ਹੀ ਬਣ ਗਈ ਹੋਊਗੀ ਸਕੂਲ ਦੀ ਹੁਣ ਤਾਂ। ਹਾਂਜੀ, ਸਾਨੂੰ ਬਹੁਤ ਹੀ ਹਰ ਜਗ੍ਹਾ ਤੋਂ ਵਧਾਈਆਂ ਮਿਲ ਰਹੀਆਂ ਆ ਤੇ ਅਸੀਂ ਥੈਂਕਸ ਕਰਦੇ ਆ ਸਰ ਦਾ, ਉਹਨਾਂ ਕਰਕੇ ਹੀ ਆ ਜੋ ਵੀ ਹੈਗਾ। ਬਿਲਕੁਲ ਇੱਕ ਵੱਡੀ ਚੀਜ਼ ਹੈ ਇਹ ਜਿਹੜੀ ਤਿਆਰ ਕੀਤੀ ਗਈ ਹੈ, ਕਿਉਂਕਿ ਹਰ ਸਵਾਲ ਦਾ ਬੱਚਿਆਂ ਦਾ ਜਵਾਬ ਦੇ ਰਹੀ ਹੈ। ਜਿਹੜੀਆਂ ਕੁਝ ਚੀਜ਼ਾਂ ਇਹਦੇ ਵਿੱਚ ਰਹਿੰਦੀਆਂ ਨੇ ਉਹਦਾ ਵੀ ਅੱਗੇ ਇਹਨਾਂ ਦੇ ਵੱਲੋਂ ਆਈਡੀਆ, ਇਹਨਾਂ ਦੇ ਵੱਲੋਂ ਅੱਗੇ ਬਿਹਤਰ ਕਰਨ ਦੀ ਇਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਹਰਜੀਤ ਜੀ ਗੱਲ ਹੋਰ ਮੈਂ ਪੁੱਛਣੀ ਚਾਹੁੰਦਾ, ਜਿੱਦਾਂ ਬੱਚਿਆਂ ਦੀ ਆਵਾਜ਼ ਦਾ ਤਾਂ ਨਹੀਂ ਕੋਈ ਇਹਦੇ ਤੇ ਇਫੈਕਟ ਪੈਂਦਾ ਜਾਂ ਨੋਇਸ ਕਈ ਵਾਰੀ ਇਹਨੂੰ ਸੁਣਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੋਵੇ? ਇਹ ਜਿਹੜੀਆਂ ਮੁਸ਼ਕਲਾਂ ਇਹ ਸੰਸਾਰੀ ਪੱਧਰ ਤੇ ਸਾਰਿਆਂ ਨੂੰ ਪੇਸ਼ ਆ ਰਹੀਆਂ ਜੀ, ਮੈਨੂੰ ਇਕੱਲੇ ਨੂੰ ਨਹੀਂ। ਕਿ ਸ਼ਾਇਦ ਜਿਹੜੇ ਪੱਤਰਕਾਰ ਵੀਰ ਆ ਉਹ ਵੀ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਜਦੋਂ ਜਿਹਦੀ ਤੁਸੀਂ ਇੰਟਰਵਿਊ ਲੈਂਦੇ ਆ ਉਹਦੀ ਆਵਾਜ਼ ਜਦੋਂ ਤੁਸੀਂ ਕੈਮਰੇ ਤੱਕ ਸਹੀ ਤਰੀਕੇ ਨਾਲ ਲੈ ਕੇ ਜਾਣੀ ਆ ਤੇ ਨਾਲ ਇੱਕ ਛੋਟਾ ਜਿਹਾ ਮਾਈਕ੍ਰੋਫੋਨ ਅਟੈਚ ਕਰਨਾ ਪੈਂਦਾ। ਜ਼ਰੂਰ ਇਹ ਕਮੀ ਇਹਦੇ ਵਿੱਚ ਹੈਗੀ ਆ ਕਿ ਜਦੋਂ ਆਸੇ-ਪਾਸੇ ਸਰਾਊਂਡਿੰਗ ਦਾ ਜਦੋਂ ਥੋੜ੍ਹਾ ਬਹੁਤਾ ਰੌਲਾ ਆਉਂਦਾ ਤੇ ਕਈ ਵਾਰੀ ਇਹ ਸਵਾਲ ਨੂੰ ਸਮਝਣ ਵਿੱਚ ਦੇਰੀ ਲਾਉਂਦੀ ਆ ਜਾਂ ਗਲਤ ਸਵਾਲ ਸਮਝ ਲੈਂਦੀ ਆ। ਕੋਸ਼ਿਸ਼ ਜਾਰੀ ਆ ਜੀ ਕਿ ਇਸ ਚੀਜ਼ ਨੂੰ ਵੀ ਓਵਰਕਮ ਕਰ ਲਿਆ ਜਾਵੇ ਛੇਤੀ ਤੋਂ ਛੇਤੀ ਤੇ ਇਹ ਅੱਗੇ ਤੋਂ ਪਰੇਸ਼ਾਨੀ ਨਾ ਆਵੇ। ਫਿਲਹਾਲ ਮੇਰੀ ਆਵਾਜ਼ ਦੇ ਨਾਲ 10 ਚੋਂ 9 ਸਵਾਲ ਜਿਹੜੇ ਉਹ ਬਿਲਕੁਲ
ਠੀਕ ਤਰੀਕੇ ਨਾਲ ਦੇ ਦਿੰਦੀ ਆ ਉੱਤਰ ਇਹਦਾ। ਬੱਚਿਆਂ ਦੀ ਜਿੱਦਾਂ ਉਹਨਾਂ ਨੂੰ ਥੋੜ੍ਹਾ ਜਿਹਾ ਸਿਖਾਉਣਾ ਪੈਂਦਾ ਕਿ ਇਹਨੂੰ ਸਵਾਲ ਪੁੱਛਣ ਦਾ ਢੰਗ ਕੀ ਆ, ਕਿਸ ਤਰੀਕੇ ਦੇ ਨਾਲ ਬੋਲਣਾ ਆ, ਸਬਜੈਕਟ ਜਿਹੜਾ ਆ ਉਹਨੂੰ ਥੋੜ੍ਹਾ ਜਿਹਾ ਜ਼ੋਰ ਦੇ ਕੇ ਇਹਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਆ। ਹੌਲੀ ਹੌਲੀ ਇਹਦੇ ਵਿੱਚ ਸੁਧਾਰ ਜ਼ਰੂਰ ਹੋਊਗਾ ਜੀ। ਜਿਸ ਤਰੀਕੇ ਦੇ ਨਾਲ ਇਹ ਹੁਣ ਅਜੇ ਕੰਪਿਊਟਰ ਦੇ ਸਵਾਲਾਂ ਦੇ ਜਵਾਬ ਦਿੰਦੀ ਹੈ, ਜਿੱਦਾਂ ਅੱਗੇ ਤੁਸੀਂ ਪੰਜਾਬੀ ਵਿਸ਼ਾ ਜਾਂ ਮੈਥ ਅੱਗੇ ਲੈ ਕੇ ਆਉਣਾ ਹੈ, ਤੇ ਇਹਦੇ ਵਿੱਚ ਵੀ ਕੋਈ ਮਦਰਬੋਰਡ ਵਗੈਰਾ ਜਾਂ ਇਹਦੀ ਮੈਮਰੀ ਹੋਰ ਇਨਕਰੀਜ਼ ਕੀਤੀ ਜਾਵੇਗੀ? ਬਿਲਕੁਲ ਜੀ, ਤੇ ਫਿਲਹਾਲ ਇਹਦੇ ਵਿੱਚ ਮਦਰਬੋਰਡ ਅਟੈਚ ਕਰਨ ਦੀ ਜਿਹੜੀ ਪੋਸੀਬਿਲਿਟੀ ਆ ਉਹ ਮੈਂ ਅਚੀਵ ਕਰ ਲਈ ਆ ਜੀ, ਕਿ ਇਨ ਫਿਊਚਰ ਜਦੋਂ ਇਹਦੇ ਵਿੱਚ ਇਹਨੂੰ ਆਪਣੇ ਪੱਧਰ ਤੇ ਮਤਲਬ ਕਿ ਬਿਨਾਂ ਮੇਰੀ ਸਹਾਇਤਾ ਦੇ ਇਹਨੂੰ ਚਲਾਉਣਾ ਹੋਵੇ ਤੇ ਚੱਲ ਜਾਂਦੀ ਆ। ਬੈਟਰੀ ਵੀ ਇਹਦੇ ਵਿੱਚ ਇਨਕਲੂਡਡ ਆ, ਤੇ ਹੁਣ ਸਿਰਫ ਲੈਪਟਾਪ ਇਸ ਕਰਕੇ ਅਟੈਚ ਕੀਤਾ ਕਿਉਂਕਿ ਹਜੇ ਟਰਾਇਲ ਤੇ ਆ। ਅਸੀਂ ਇਹ ਦੇਖਦੇ ਪਏ ਹਾਂ ਕਿ ਇਹਦੇ ਵਿੱਚ ਨੋਟ ਕਰਦੇ ਪਏ ਕਿ ਕਿਹੜੀਆਂ ਕਮੀਆਂ ਆ। ਜਿਹੜੀ ਵੀ ਕਮੀ ਇਹਦੇ ਵਿੱਚ ਸਾਹਮਣੇ ਜ਼ਾਹਰ ਹੁੰਦੀ ਹੈ ਉਹ ਲੈਪਟਾਪ ਦੀ ਸਕਰੀਨ ਤੇ ਪਤਾ ਲੱਗ ਜਾਂਦੀ ਹੈ। ਲੈਪਟਾਪ ਨੂੰ ਅਟੈਚ ਕਰਨ ਦਾ ਸਿਰਫ ਮੋਟਿਵ ਇੰਨਾ ਹੀ ਆ। ਅੱਛਾ, ਇੱਕ ਧਾਰਨਾ ਵੀ ਪੰਜਾਬ ਦੇ ਵਿੱਚ ਅਕਸਰ ਹੀ ਬਣੀ ਰਹਿੰਦੀ ਹੈ, ਬਾਕੀ ਸਟੇਟਾਂ ਦੇ ਵਿੱਚ ਵੀ ਬਣੀ ਰਹਿੰਦੀ ਹੈ, ਜਿਹੜੇ ਲੋਕ ਨੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਣ ਦੀ ਪ੍ਰੈਫਰੈਂਸ ਦਿੰਦੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਸ਼ਾਇਦ ਪੜ੍ਹਾਈ ਨਹੀਂ ਹੈਗੀ ਜਾਂ ਟੈਕਨੋਲੋਜੀ ਨਹੀਂ ਹੈਗੀ। ਜਿਸ ਤਰੀਕੇ ਦੇ ਨਾਲ ਤੁਸੀਂ ਇਹ ਟੈਕਨੋਲੋਜੀ ਪੇਸ਼ ਕੀਤੀ ਹੈ, ਲੱਗਦਾ ਇਹ ਵੀ ਚੀਜ਼ ਇੱਕ ਇੰਪੈਕਟ ਪਾਊਗੀ ਆਮ ਲੋਕਾਂ ਤੇ? ਬਿਲਕੁਲ ਪਾਊਗੀ ਜੀ। ਜਿੱਦਾਂ ਸਰਕਾਰੀ ਤੇ ਜਿਹੜੇ ਪ੍ਰਾਈਵੇਟ ਸਕੂਲ ਦਾ ਜਿੱਦਾਂ ਤੁਸੀਂ ਕੰਪੈਰੀਜ਼ਨ ਕਰਦੇ ਆ, ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੇ ਵਿੱਚ ਜਾਂ ਵਿਦਿਆਰਥੀਆਂ ਦੇ ਵਿੱਚ ਮਤਲਬ ਕਿ ਜ਼ਮੀਨ ਆਸਮਾਨ ਦਾ ਅੰਤਰ ਮੈਂ ਗਿਣਦਾ, ਪਰ ਮੈਂ ਸਰਕਾਰੀ ਸਕੂਲਾਂ ਨੂੰ ਉੱਚਾ ਗਿਣਦਾ। ਉਹਦੇ ਵਿੱਚ ਸਾਡੇ ਕੋਲ ਕੁਝ ਬੱਚੇ ਆ ਜਿਹੜੇ ਕਿ ਜ਼ਿਲ੍ਹੇ ਲੈਵਲ ਤੇ ਕੰਪਿਊਟਰ ਕੁਇਜ਼ ਦੇ ਚੈਂਪੀਅਨ ਆ। ਸਾਡੇ ਜਿਹੜੇ ਆ ਮੈਥ ਵਾਲੇ ਸਾਰੇ ਆ, ਪਿਛਲੀ ਜਿਹੜੀ ਬਲੈਕਬੋਰਡ ਤੇ ਲਿਖਾਈ ਆ ਜੀ ਇਹਨਾਂ ਦੀ ਆ, 3 ਵਾਰੀ ਡਿਸਟ੍ਰਿਕਟ ਚੈਂਪੀਅਨ ਆ ਜੀ। ਸਾਡੇ ਕੋਲ UGC ਕਲੀਅਰਡ ਅਧਿਆਪਕ ਵੀ ਹੈਗੇ ਆ। ਸਾਡੇ ਜਿਹੜੇ ਪ੍ਰਿੰਸੀਪਲ ਮੈਡਮ ਆ, ਕੋਵਿਡ ਵਿੱਚ ਲੋਕੀ ਸ਼ਾਇਦ ਘਰ ਬੈਠ ਕੇ ਅਧਿਆਪਕਾਂ ਮਤਲਬ ਕਿ ਆਨਲਾਈਨ ਸਟੱਡੀ ਵੀ ਕੀਤੀ, ਇਹਨਾਂ ਨੇ ਆਨਲਾਈਨ ਸਟੱਡੀ ਤੇ ਕਰਵਾਈ। ਉਸ ਤੋਂ ਇਲਾਵਾ ਸਕੂਲ ਵਿੱਚ ਆ ਕੇ ਤੁਸੀਂ ਸਕੂਲ ਦਾ ਸਾਡੇ ਨਕਸ਼ਾ ਦੇਖੋਗੇ ਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਜੀ। ਬਿਲਕੁਲ, ਨਕਸ਼ਾ ਵੀ ਮੈਂ ਦੇਖ ਰਿਹਾ ਜਿਸ ਤਰੀਕੇ ਦੇ ਨਾਲ ਇਹ ਲੈਬ ਵੀ ਤਿਆਰ ਕੀਤੀ ਹੋਈ ਹੈ ਤੁਸੀਂ, ਇੰਨੀ ਟੈਕਨੋਲੋਜੀ ਹੈਗੀ ਆ। ਤਾਂ ਹੀ ਮੈਂ ਸਵਾਲ ਕਰ ਰਿਹਾ ਕਿ ਆਮ ਲੋਕਾਂ 'ਚ ਇਹ ਧਾਰਨਾ ਕਿਉਂ ਨਹੀਂ ਖਤਮ ਹੋ ਰਹੀ? ਇਹ ਸਮੇਂ ਦੇ ਨਾਲ ਜ਼ਰੂਰ ਹੋਊਗੀ ਜੀ। ਜਿੱਦਾਂ ਸਰਬੰਸ ਕੌਰ ਨੇ ਅੱਜ ਤੋਂ ਪਿਰਤ ਸ਼ੁਰੂ ਕਰ ਦਿੱਤੀ ਆ ਮੇਰੇ ਖਿਆਲ ਨਾਲ। ਹੁਣ ਹੌਲੀ ਹੌਲੀ ਜਦੋਂ ਲੋਕੀ ਦੇਖਣਗੇ ਕਿ ਇਸ ਇਲਾਕੇ ਦੇ ਵਿੱਚ ਜਾਂ ਇਸ ਸਕੂਲ ਦੇ ਵਿੱਚ ਰੋਬੋਟਿਕਸ ਨਾਲ ਪੜ੍ਹਾਈ ਹੁੰਦੀ ਆ, ਹੋਰ ਕਿਸੇ ਪ੍ਰਾਈਵੇਟ ਸਕੂਲ ਵਿੱਚ ਜਾਂ ਕਿਸੇ ਸਰਕਾਰੀ ਸਕੂਲ ਵਿੱਚ ਸੁਵਿਧਾ ਨਹੀਂ ਉਪਲਬਧ, ਤੇ ਮੈਨੂੰ ਲੱਗਦਾ ਕਿ ਲੋਕੀ ਸਰਕਾਰੀ ਸਕੂਲਾਂ ਵੱਲ ਜ਼ਰੂਰ ਖਿੱਚ ਕੇ ਆਉਣਗੇ ਜੀ। ਹਾਂਜੀ। ਅੱਛਾ, ਇਹਨਾਂ ਦੇ ਭੈਣ ਭਰਾ ਜਦੋਂ ਤਿਆਰ ਕਰੋਗੇ ਉਹ ਵੀ ਦਸਤਾਰ ਵਾਲੇ ਹੀ ਕਰੋਗੇ ਸਾਰੇ? ਕੋਸ਼ਿਸ਼ ਜਾਰੀ ਆ ਜੀ। ਦੇਖੋ, ਮੈਂ ਕਈ ਵਾਰੀ ਜਦੋਂ ਪਹਿਲਾਂ ਵੀ ਇੰਟਰਵਿਊ ਵਿੱਚ ਗੱਲ ਕੀਤੀ ਆ ਕਿ ਕਿਸੇ ਇੱਕ ਜਾਤ ਜਾਂ ਇੱਕ ਰੰਗ ਰੂਪ ਦੇ ਨਾਲ ਸੰਬੰਧਿਤ ਨਹੀਂ। ਮੇਰੀ ਕੋਸ਼ਿਸ਼ ਇਹਨੂੰ ਮੰਦਿਰ ਲੈ ਕੇ ਜਾਣ ਦੀ ਵੀ ਆ ਜੀ, ਮਸਜਿਦ ਲੈ ਕੇ ਜਾਣ ਦੀ ਵੀ ਆ, ਤੇ ਗੁਰਦੁਆਰਾ ਸਾਹਿਬ ਲੈ ਕੇ ਜਾਣ ਦੀ ਵੀ ਆ, ਹੈ ਨਾ। ਹਰ ਮਤਲਬ ਕਿ ਧਰਮ ਦਾ ਜਾਂ ਹਰ ਭਾਸ਼ਾ ਦਾ ਇਹਨੂੰ ਗਿਆਨ ਦੇਣ ਦੀ ਕੋਸ਼ਿਸ਼ ਕਰਨੀ ਆ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਸਰਬੰਸ ਕੌਰ ਜਿਹੜੀ ਹਰਜੀਤ ਸਿੰਘ ਹੋਣਾ ਦੇ ਵੱਲੋਂ ਅਧਿਆਪਕਾਂ ਦੀ ਮਦਦ ਦੇ ਨਾਲ ਜਿਹੜੀ ਤਿਆਰ ਕੀਤੀ ਗਈ ਹੈ, ਇਹ ਵਾਕਈ ਇਹਨਾਂ ਦੀ ਗੱਲ ਠੀਕ ਹੈ ਕਿ ਸਰਕਾਰੀ ਸਕੂਲਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵੀਂ ਦਿੱਖ ਦੇਵੇਗੀ। ਜਿਹੜੀ ਪਿਰਤ ਪਈ ਹੋਈ ਹੈ ਜਾਂ ਜਿਹੜੀ ਧਾਰਨਾ ਬਣੀ ਹੋਈ ਹੈ, ਉਹ ਵੀ ਧਾਰਨਾ ਇਹ ਖਤਮ ਕਰੇਗੀ, ਕਿਉਂਕਿ ਟੈਕਨੋਲੋਜੀ ਜਿਹੜੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੋ ਚੁੱਕੀ ਹੈ। ਰੋਬੋਟ ਇਸ ਤਰੀਕੇ ਦੇ ਜਿਹੜੇ ਨੇ ਉਹ ਸਟੈਬਲਿਸ਼ ਹੋ ਚੁੱਕੇ ਨੇ ਸਰਕਾਰੀ ਸਕੂਲਾਂ ਦੇ ਵਿੱਚ। ਹੋਰ ਜ਼ਿਆਦਾ ਇਹਨਾਂ ਨੂੰ ਅੱਗੇ ਇਨਕਰੀਜ਼ ਕੀਤਾ ਜਾਵੇਗਾ, ਹੋਰ ਰੋਬੋਟ ਜਿਹੜੇ ਲਿਆ ਕੇ ਇੱਥੇ ਬਣਾਏ ਜਾਣਗੇ ਤਾਂ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਹੈਲਪ ਹੋ ਸਕੇ, ਕਿਉਂਕਿ ਇਹ ਬਦਲ ਨਿਗਾਹ ਹੈਗਾ ਅਧਿਆਪਕਾਂ ਦਾ, ਸਿਰਫ ਇੱਕ ਮਦਦ ਦੇ ਲਈ ਤਿਆਰ ਕੀਤੇ ਗਏ ਨੇ। ਕਿਉਂਕਿ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਟੈਕਨੋਲੋਜੀ ਵੱਧਦੀ ਜਾ ਰਹੀ ਹੈ, ਇਹ ਚੀਜ਼ਾਂ ਜ਼ਰੂਰੀ ਨੇ। ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਧਾਰਨਾ ਬਣੀ ਹੋਈ ਹੈ, ਉਹ ਵੀ ਚੀਜ਼ਾਂ ਸਰਬੰਸ ਕੌਰ ਵਰਗੇ ਰੋਬੋਟ ਜਿਹੜੇ ਨੇ ਜਲਦ ਖਤਮ ਕਰਨਗੇ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।